जिस अंतर रवे हर नामा बाणी गुरु गुरु है बाणी विच बाणी अमृत सारे गुरबाणी कहे सेवक जन मानै बर तख गुरु निस्तारै बाणी बिरलो विचारसी जे को गुरमुख होए एह बाणी महापुरख की निज कर वास होए गौड़ी महला पंजवा जो प्राणी गोविंद त्यावे पढ़िया अनपढ़िया परम गत पावे साधु संग सिमर गोपाल बिन नामे झूठा तन माल रहा रूपवंत सो चतुर सियाणा जिन जन मानिया प्रभ का पाणा जग में आया सो परवान घट घट अपना स्वामी जान कहो नानक जाके पूरन भाग हर चरणी ताका मन लाग कहो नानक जाके पूरन भाग हर चरणी ताका मन लाग। वाहिगुरु जी का खालसा वाहिगुरु जी की फतेह। ये पावन शब्द गौड़ी राग अंदर पंजवें पातशाह गुरु अर्जन देव महाराज जी के पवित्र मुख तो उचारण होया। 197 98 अंक ते दर्ज है। इस शब्द की विचार ਗਿਆਨੀ ਮੱਸਾ ਸਿੰਘ जी आप जी ਨੂੰ ਸਰਵਣ ਕਰਵਾਉਣਗੇ। एक दिन का आप जी का समा है साढ़े पास। प्रबंधक सेवादारां वालों भाई साहब जी का धन्यवाद।
ਅੰਮ੍ਰਿਤ ਦਾ ਬਾਟਾ ਹਰ ਐਤਵਾਰ 11 ਵਜੇ ਤਿਆਰ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਦੀਵਾਲੀ ਦਾ ਪੁਰਬ ਬੰਦੀ ਛੋੜ ਦਿਵਸ ਐਤਵਾਰ 12 ਤਰੀਕ ਨੂੰ ਹੈ। ਸਾਡੇ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਨਿਸ਼ਾਨੀ ਗੁਰਪੁਰਬ 15 ਤਰੀਕ ਨੂੰ ਹੈ। ਸੰਗਰਾਂਦ 16 ਤਰੀਕ ਨੂੰ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 27 ਤਰੀਕ ਨੂੰ ਹੈ, ਜੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਮਨਾਇਆ ਜਾਵੇਗਾ। ਇਹਨਾਂ ਸਮਿਆਂ ਤੇ ਜਿਨ੍ਹਾਂ ਨੇ ਲੰਗਰਾਂ ਦੀ ਸੇਵਾ ਕਰਨੀ ਹੈ, ਸਟਾਲ ਲਾਉਣੇ ਨੇ, ਸਭ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਨੂੰ ਅੱਧਾ ਕਰ ਲਓ। ਅੱਧਾ ਲੰਗਰ ਦਾਲ ਪ੍ਰਸ਼ਾਦੇ ਦਾ ਲਾਓ, ਅੱਧਾ ਲੰਗਰ ਵਿੱਦਿਆ ਦਾ, ਐਜੂਕੇਸ਼ਨ ਦਾ ਲਾਓ। ਸਿੱਖ ਪਰਿਵਾਰਾਂ ਦੇ ਖਾਸ ਕਰਕੇ ਜਿਹੜੇ ਗਰੀਬ ਨੇ, ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ, ਫੀਸਾਂ ਵਰਦੀਆਂ ਕਿਤਾਬਾਂ ਕਾਪੀਆਂ ਨਹੀਂ ਲੈ ਕੇ ਦੇ ਸਕਦੇ, ਉਹਨਾਂ ਦੀ ਮਦਦ ਕਰੋ। ਜਦੋਂ ਉਹ ਬੱਚੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣਗੇ, ਚੰਗੀਆਂ ਨੌਕਰੀਆਂ ਤੇ ਲੱਗਣਗੇ, ਸਿੱਖੀ ਦੀ ਸ਼ਾਨ ਹੋਏਗੀ, ਉਦੋਂ ਸਾਨੂੰ ਸਮਝ ਆਏਗੀ ਕਿ ਅਸੀਂ ਕਿੱਡੀ ਵੱਡੀ ਸੇਵਾ ਕੀਤੀ ਹੈ। ਐਵੇਂ ਬੱਸਾਂ ਵਿੱਚ, ਟਰਾਲਿਆਂ ਵਿੱਚ, ਨਗਰ ਕੀਰਤਨ ਵਿੱਚ ਭੱਜੇ ਜਾਂਦੇ ਲੋਕਾਂ ਨੂੰ ਅਸੀਂ ਲਿਫਾਫੇ ਸੁੱਟੀ ਜਾਂਦੇ ਹਾਂ। ਜਿਹੜਾ ਲੰਗਰ ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਨਾਲ ਸ਼ੁਰੂ ਕੀਤਾ ਸੀ, ਉਹ ਸੁੱਟਣ ਵਾਲਾ ਨਹੀਂ ਸੀ। ਇਹ ਤਾਂ ਅਮੀਰਾਂ ਦੇ ਚੋਚਲੇ ਨੇ ਭਾਈ, ਕਿ ਥੋੜ੍ਹੀ ਜਿਹੀ ਦਾਲ ਪਾ ਕੇ, ਪ੍ਰਸ਼ਾਦਾ ਪਾ ਕੇ, ਸਮੋਸਾ ਪਾ ਕੇ ਉਹਦੀ ਖਿਦੋ ਬਣਾ ਲਈ, ਫੁੱਟਬਾਲ ਬਣਾ ਲਿਆ, ਇੱਧਰ ਸੁੱਟਤਾ ਉੱਧਰ ਸੁੱਟਤਾ। ਬਾਬੇ ਨਾਨਕ ਨੇ ਚੂੜਕਾਣੇ ਤੋਂ ਗੱਡੇ ਭਰ ਕੇ ਲਿਆਂਦੇ ਸੀ ਸਮਾਨ ਦੇ, ਲੰਗਰ ਤਿਆਰ ਕਰਕੇ ਸਾਧੂਆਂ ਨੂੰ, ਮਹਾਤਮਾਵਾਂ ਨੂੰ ਪੰਗਤ ਵਿੱਚ ਬਿਠਾ ਕੇ ਛਕਾਇਆ ਸੀ। ਸੋ ਮੇਰੀ ਹਰ ਲੰਗਰ ਵਰਤਾਉਣ ਵਾਲੇ ਨੂੰ ਬੇਨਤੀ ਹੈ, ਜੇ ਭਾਈ ਤੁਹਾਡੀ ਘਰ ਦੀ ਰੋਟੀ ਹੈ, ਤੁਸੀਂ ਜੋ ਮਰਜ਼ੀ ਕਰੋ, ਜਿਵੇਂ ਮਰਜ਼ੀ ਖਵਾਓ ਕਿਸੇ ਨੂੰ, ਪਰ ਜੇ ਉੱਥੇ ਬੈਨਰ ਗੁਰੂ ਕੇ ਲੰਗਰ ਦਾ ਲਾਉਣਾ ਹੈ ਤੇ ਪੰਗਤ ਲਾਉਣੀ ਸ਼ੁਰੂ ਕਰੋ। ਬੜੇ ਸਨਮਾਨ ਦੇ ਨਾਲ ਆਏ ਲੋੜਵੰਦ ਨੂੰ ਇੱਜ਼ਤ ਦੇ ਨਾਲ, ਸਤਿਕਾਰ ਦੇ ਨਾਲ ਲੰਗਰ ਛਕਾਓ। ਇਹ ਸਾਡੀ ਮਰਿਆਦਾ ਹੈ। ਇਹੀ ਮਰਿਆਦਾ ਸਾਡੇ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਪਾਈ ਹੈ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ। ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ। ਹਰ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰ ਹਰ ਸੇਵਾ ਲਾਗੀ। ਨਾਨਕ ਦਾਸਨ ਦਾਸ ਕਰਹੁ ਪ੍ਰਭ
ਹਮ ਹਰ ਕਥਾ ਕਥਾਗੀ ਤੇਰੀ ਸਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਅਸਾੜੀ ਜੀ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਅਸਾੜੀ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾ। ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆ ਅਣ ਪੜਿਆ ਪਰਮ ਗਤ ਪਾਵੈ। ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆ ਅਣ ਪੜਿਆ ਪਰਮ ਗਤ ਪਾਵੈ। ਪਰਮ ਸਨਮਾਨ ਸਤਿਕਾਰਯੋਗ ਦੀਨ ਦਿਆਲ ਗਰੀਬ ਨਿਵਾਜ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਕੀ ਸੰਗਤ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ। ਪਾਵਨ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲੋਂ ਸਰਬੱਤ ਸੰਗਤ ਭੈ ਭਾਵਨਾ ਸਹਿਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ। ਸਤਿਕਾਰ ਸਹਿਤ ਬੁਲਾਈ ਫਤਿਹ ਦੋਵੇਂ ਹੱਥ ਜੋੜ ਕੇ ਪ੍ਰਵਾਨ ਕਰੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਸ਼ਬਦ ਲੜੀਵਾਰ ਕਥਾ ਦਾ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬਾਨ ਜੀ ਦੀ ਰਸਨਾ ਦੇ ਪਾਸੋਂ ਸਰਵਣ ਕੀਤਾ ਹੈ। ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਦੇ ਦੁਆਰਾ ਇਹ ਸ਼ਬਦ ਰਾਗ ਗੌੜੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ। ਗੁਰਸਿੱਖੋ ਆਦਿ ਕਾਲ ਤੋਂ ਇਸ ਸੰਸਾਰ ਦੇ ਵਿੱਚ ਇੱਕ ਮਰਿਆਦਾ ਬੱਝੀ ਹੋਈ ਸੀ। ਸਨਾਤਨ ਮਤ ਇਹ ਗੱਲ ਬੜੇ ਜ਼ੋਰ ਦੇ ਨਾਲ ਪ੍ਰਚਾਰਦਾ ਸੀ ਕਿ ਜਿਹੜਾ ਵੇਦਾਂ ਨੂੰ ਪੜ੍ਹਨ ਵਾਲਾ ਹੈ ਜਾਂ ਤਾਂ ਉਹ ਮੁਕਤ ਹੋ ਸਕਦਾ ਹੈ ਤੇ ਜਾਂ ਜਿਸ ਨੂੰ ਉਹ ਉਪਦੇਸ਼ ਦੇਵੇ ਉਸ ਦਾ ਉਪਦੇਸ਼ ਗ੍ਰਹਿਣ ਕਰਕੇ ਕਮਾਵੇ ਉਹ ਮੁਕਤ ਹੋ ਸਕਦਾ ਹੈ। ਔਰ ਉਹ ਉਪਦੇਸ਼ ਪੰਡਤ ਲੋਕ ਕਿਸੇ ਵਿਸ਼ੇਸ਼ ਜਾਤੀ ਦੇ ਲੋਕਾਂ ਨੂੰ ਹੀ ਦਿਆ ਕਰਦੇ ਸਨ। ਹਰੇਕ ਨੂੰ ਉਹ ਉਪਦੇਸ਼ ਪ੍ਰਾਪਤ ਨਹੀਂ ਸੀ ਹੁੰਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠੇ ਹੋਏ ਗੁਰੂ ਕੇ ਸਿੱਖਾਂ ਦੇ ਵਿੱਚ ਇੱਕ ਦਿਨ ਵਿਚਾਰ ਚੱਲੀ। ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸਨਾਤਨ ਮਤ ਤਾਂ ਇਸ ਗੱਲ ਦਾ ਪ੍ਰਚਾਰ ਕਰਦਾ ਹੈ ਪਰ ਆਪ ਜੀ ਗੁਰੂ ਕੇ ਸਿੱਖਾਂ ਦੇ ਪ੍ਰਤੀ ਕੋਈ ਉਪਦੇਸ਼ ਬਖਸ਼ੋ ਜਿਸ ਨੂੰ ਕਮਾ ਕੇ ਉਹ ਜੀਵਨ ਮੁਕਤ ਹੋ ਸਕਣ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਗੁਰਸਿੱਖੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਆਪਾਂ ਪਾਵਨ ਪਵਿੱਤਰ ਬਚਨ ਪੜ੍ਹਦੇ ਹਾਂ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਇੱਥੇ ਕੋਈ ਮਨੁੱਖਾ ਜਾਤੀ ਦਾ ਭੇਦ ਭਾਵ ਨਹੀਂ ਰੱਖਿਆ ਗਿਆ।
ਇਵੇਂ ਕਹਾਂ ਕਿ ਮਨੁੱਖਾ ਜਾਤੀ ਦੇ ਵਿੱਚ ਸਾਡੇ ਸਤਿਗੁਰਾਂ ਨੇ ਕੋਈ ਵੀ ਵਰਨ ਵੰਡ ਨਹੀਂ ਰੱਖੀ। ਇਸ ਘਰ ਦੇ ਵਿੱਚੋਂ ਤਾਂ ਆਵਾਜ਼ਾਂ ਆਉਂਦਾ ਹੈ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਹੈ ਏਕੈ ਪਹਿਚਾਨ ਬੋ। ਜੇ ਜਾਤ ਸਮ ਮੰਨੀ ਗਈ ਹੈ, ਕੇਵਲ ਤੇ ਕੇਵਲ ਮਨੁੱਖ ਕਿਹਾ ਗਿਆ ਤੇ ਉਪਦੇਸ਼ ਵੀ ਸਮ ਦਿੱਤਾ। ਇਹ ਨਹੀਂ ਕਿ ਕਿਸੇ ਵਿਸ਼ੇਸ਼ ਜਾਤੀ ਵਾਲੇ ਨੂੰ ਕੋਈ ਵਿਸ਼ੇਸ਼ ਉਪਦੇਸ਼ ਹੈ ਤੇ ਜਿਹੜਾ ਆਮ ਗਰੀਬ ਗੁਰਬਾ ਹੈ ਉਸ ਨੂੰ ਕੋਈ ਆਮ ਜਿਹਾ ਉਪਦੇਸ਼ ਹੈ, ਐਸਾ ਨਹੀਂ ਹੈ। ਜੇ ਸਤਿਗੁਰਾਂ ਨੇ ਅੰਮ੍ਰਿਤ ਛਕਾਇਆ, ਜਿਸ ਖਿੱਤੇ ਦੇ ਵਿੱਚੋਂ ਲੋਕ ਆਏ, ਜਿਸ ਜਾਤੀ ਦੇ ਨਾਲ ਸੰਬੰਧ ਰੱਖਦੇ ਹੋਏ ਲੋਕ ਆਏ, ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਜੀਵਨ ਦਾ ਆਧਾਰ ਬਣਾ ਲਿਆ, ਮਹਾਰਾਜ ਨੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਦਿੱਤੀ। ਆਪਾਂ ਵੀ ਜਦੋਂ ਅੰਮ੍ਰਿਤ ਛਕਦੇ ਆ ਨਾ, ਉੱਥੇ ਸਾਡੀ ਜਾਤ ਦੀ ਗੱਲ ਨਹੀਂ ਕੀਤੀ ਜਾਂਦੀ। ਪੰਜ ਪਿਆਰੇ ਸਾਹਿਬਾਨਾਂ ਦੇ ਵਿੱਚੋਂ ਜਿਹੜਾ ਮੁਖੀ ਸਿੰਘ ਹੁੰਦਾ ਹੈ, ਉਹ ਗੁਰੂ ਕੀ ਪਵਿੱਤਰ ਬਾਣੀ ਦਾ ਉਪਦੇਸ਼ ਸਰਵਣ ਕਰਾਉਂਦਾ ਹੈ ਕਿ ਤੁਸੀਂ ਅੰਮ੍ਰਿਤ ਛਕਣ ਦੇ ਵਾਸਤੇ ਆਏ ਹੋ। ਜੇ ਅੰਮ੍ਰਿਤ ਛਕਣਾ ਹੈ, ਜਾਓ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਜੇ ਗੁਰੂ ਉਪਦੇਸ਼ ਇਹ ਪ੍ਰਵਾਨ ਹੈ ਤੇ ਤੁਸੀਂ ਅੰਮ੍ਰਿਤ ਛਕਣ ਦੇ ਅਧਿਕਾਰੀ ਹੋ। ਬੇਨਤੀ ਕਰ ਰਿਹਾ ਸੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੇ ਪ੍ਰਥਾਏ ਉਪਦੇਸ਼ ਨਹੀਂ ਹੈ, ਜਾਂ ਕਿਸੇ ਵਿਸ਼ੇਸ਼ ਜਾਤੀ ਵਾਲੇ ਨੂੰ ਉਪਦੇਸ਼ ਦਿੱਤਾ ਨਹੀਂ ਗਿਆ, ਸਗੋਂ ਸਮ ਉਪਦੇਸ਼ ਹੈ। ਗੁਰੂ ਕੀ ਪਵਿੱਤਰ ਬਾਣੀ ਦਾ ਬਚਨ ਹੈ, ਗੁਰ ਨਾਨਕ ਉਪਦੇਸ਼ ਕਹਿਤ ਹੈ, ਜੋ ਸੁਣੈ ਸੋ ਪਾਰ ਪਰਾਨਥ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸੇ ਸਰੀਰ ਦੇ ਪਰਥਾਏ ਉਪਦੇਸ਼ ਦਿੱਤਾ, ਪਰ ਗੁਰੂ ਕੀ ਬਾਣੀ ਕਹਿੰਦੀ ਜਿਹੜਾ ਭੈ ਭਾਵਨਾ ਦੇ ਨਾਲ ਉਹ ਉਪਦੇਸ਼ ਕਮਾ ਲਵੇ, ਐਸੀ ਭਾਵਨਾ ਜੀਵਨ ਦੇ ਵਿੱਚ ਦ੍ਰਿੜ ਕਰੇ ਕਿ ਇਹ ਮੇਰੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ, ਮੈਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਸਿੱਖ ਹਾਂ। ਜੇ ਇਹ ਉਪਦੇਸ਼ ਮੈਂ ਆਪਣੇ ਜੀਵਨ ਦੇ ਵਿੱਚ ਕਮਾ ਲਵਾਂਗਾ ਤੇ ਗੁਰ ਉਪਦੇਸ਼ ਦੇ ਨਾਲ ਮੇਰੇ ਜੀਵਨ ਦਾ ਭਲਾ ਹੋਵੇਗਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਆਪਾਂ ਗੁਰ ਇਤਿਹਾਸ ਦੇ ਵਿੱਚ ਝਾਤ ਮਾਰੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਕੋਈ ਨਾ ਜਾਣੈ ਕੋਈ ਨਾ ਮਾਨੈ, ਸੇ ਪ੍ਰਗਟ ਹਰਿ ਦੁਆਰੇ। ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ। ਵੱਡੇ ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਮਨ ਦੇ ਵਿੱਚ ਇੱਛਾ ਕੀਤੀ। ਸਿੱਖ ਸੰਗਤਾਂ ਨੂੰ ਨਾਲ ਲੈ ਕੇ ਤੁਰੇ ਹਨ। ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ, ਗੁਰਦੁਆਰਾ ਛਾਪੜੀ ਸਾਹਿਬ ਸ੍ਰੀ ਖਡੂਰ ਸਾਹਿਬ ਜੀ ਦੇ ਨਜ਼ਦੀਕ ਮੌਜੂਦ ਹੈ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਤ ਦਾ ਵਿਸ਼ਰਾਮ ਕਰਨ ਦੇ ਵਾਸਤੇ ਰੁਕਣ ਲੱਗੇ। ਬੜਾ ਹਨੇਰ ਚੱਲਿਆ, ਬੜਾ ਝੱਖੜ ਝੁੱਲਿਆ। ਸਿੱਖ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਲਾਗੇ ਮੁਸਲਮਾਨਾਂ ਦਾ ਪਿੰਡ ਵੱਸਦਾ ਹੈ, ਜਿਸ ਨੂੰ ਪਹਿਲੋਂ ਖਾਨ ਛਾਪੜੀ ਕਿਹਾ ਜਾਂਦਾ ਸੀ। ਆਪ ਜੀ ਹੁਕਮ ਕਰੋ, ਇਸ ਨਗਰ ਦੇ ਵਿੱਚ ਜਾ ਕੇ ਆਪ ਜੀ ਦੇ ਵਿਸ਼ਰਾਮ ਦੇ ਵਾਸਤੇ ਪ੍ਰਬੰਧ ਕੀਤਾ ਜਾਵੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਹੁਕਮ ਦਿੱਤਾ। ਸਿੱਖ ਗਏ। ਇਸ ਨਗਰ ਦੇ ਲੋਕ ਸ਼ਰਾਬਾਂ ਕਬਾਬਾਂ ਦੇ ਵਿੱਚ ਮਸਤ, ਕਿਸੇ ਨੇ ਸਿੱਖਾਂ ਦੀ ਗੱਲ ਹੀ ਨਾ ਸੁਣੀ। ਵਾਪਸ ਆਏ। ਸਤਿਗੁਰੂ ਜੀ ਕਹਿਣ ਲੱਗੇ, ਸਿੱਖੋ ਪ੍ਰਬੰਧ ਹੋ ਗਿਆ। ਸਿੱਖ ਕਹਿਣ ਲੱਗੇ, ਮਹਾਰਾਜ ਪ੍ਰਬੰਧ ਕੀ ਹੋਣਾ ਸੀ, ਸਾਡੀ ਤਾਂ ਗੱਲ ਹੀ ਕਿਸੇ ਨੇ ਨਹੀਂ ਸੁਣੀ ਉਸ ਨਗਰ ਦੇ ਵਿੱਚ। ਕਹਿਣ ਲੱਗੇ, ਚੰਗਾ ਭਾਈ, ਆਓ ਹੁਣ ਰੱਬ ਦੀ ਯਾਦ ਦੇ ਵਿੱਚ ਭਿੱਜਾ ਹੋਇਆ ਇੱਕ ਸਰੀਰ ਆ ਜਿਹੜਾ ਥੇ ਹੈ ਨਾ, ਇਸ ਤੇ ਵਸ ਰਿਹਾ ਹੈ। ਆਪਾਂ ਸਾਰੇ ਪਾਸ ਜਾਂਦੇ ਆ,
ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ, ਟੁੱਟੀ ਹੋਈ ਇਸ ਦੀ ਝੌਂਪੜੀ ਹੈ। ਇੱਕ ਉਸ ਝੌਂਪੜੀ ਦੇ ਵਿੱਚ ਮੰਜਾ ਹੈ ਜਿਸ ਦਾ ਵਾਣ ਤੇ ਪੈਂਦ ਵੀ ਸਾਬਤ ਨਹੀਂ। ਇੱਕ ਬਸਤਰ, ਇੱਕ ਕੱਪੜਾ ਵਿਛਾਉਣ ਦੇ ਵਾਸਤੇ ਹੈ, ਚਾਹੇ ਉਹ ਥੱਲੇ ਵਿਛਾ ਲਵੇ ਚਾਹੇ ਉਹ ਉੱਤੇ ਲੈ ਲਵੇ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਦੀ ਝੌਂਪੜੀ ਵੱਲ ਗਏ। ਜਿਸ ਵੇਲੇ ਝੌਂਪੜੀ ਦੇ ਵਿੱਚ ਜਾ ਕੇ ਬਿਰਾਜਮਾਨ ਹੋਏ, ਇਹ ਸਿੱਖ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਹੇਮਾ ਕਰਕੇ ਆਉਂਦਾ ਹੈ, ਭਾਈ ਹੇਮੇ ਨੇ ਹੱਥ ਜੋੜੇ, ਚਰਨਾਂ ਦੇ ਵਿੱਚ ਸੀਸ ਝੁਕਾਇਆ, ਆਪਣੇ ਨੇਤਰਾਂ ਦੇ ਜਲ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਧੋਤੇ। ਰੁਕੇ ਹੋਏ ਗਲ ਦੇ ਨਾਲ ਬਚਨ ਕਹਿਣ ਲੱਗਾ, ਮਹਾਰਾਜ ਸੁਣਿਆ ਸੀ ਤੁਸੀਂ ਗਰੀਬ ਨਿਵਾਜ ਸਤਿਗੁਰੂ ਹੋ, ਅੱਜ ਇਹਨਾਂ ਨੇਤਰਾਂ ਦੇ ਨਾਲ ਪ੍ਰਤੱਖ ਤੱਕਿਆ, ਮੇਰੇ ਵਰਗੇ ਗਰੀਬ ਸਿੱਖ ਨੂੰ ਨਿਵਾਜਣ ਦੇ ਵਾਸਤੇ ਆਏ ਹੋ। ਨਮਸਕਾਰ ਕੀਤੀ, ਸਾਰੀ ਰਾਤ ਆਪ ਸੇਵਾ ਦੇ ਵਿੱਚ ਰਿਹਾ। ਉਸ ਮੰਜੀ ਦੇ ਉੱਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸੁਭਾਏਮਾਨ ਹੋਏ, ਬਿਰਾਜਮਾਨ ਹੋਏ। ਜਿੰਨੇ ਵੀ ਸਿੱਖ ਸਨ ਇਸ ਝੌਂਪੜੀ ਦੇ ਵਿੱਚ ਬਿਰਾਜੇ। ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜੀ ਜਿਸ ਵੇਲੇ ਚਾਲਾਂ ਮਾਰਨ ਲੱਗੇ, ਫਿਰ ਉਹ ਬਚਨ ਕਿਹਾ, ਮਹਾਰਾਜ ਮੇਰੇ ਵਰਗੇ ਗਰੀਬ ਨੂੰ ਨਿਵਾਜਣ ਆਏ ਹੋ। ਤਾਂ ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਭਾਈ ਹੇਮੇ ਦੇ ਪ੍ਰਥਾਏ 3 ਸ਼ਬਦ ਉਚਾਰਨ ਕੀਤੇ, ਜਿਸ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਹੇਮੇ ਨੂੰ ਉਪਦੇਸ਼ ਦਿੱਤਾ, ਬਸਤੀ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨ ਪਤ ਨ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨ ਇਠ ਧਨ ਰੂਪਹੀਨ ਕਿਛ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਭਾਈ ਹਿੰਮਿਆ, ਤਨ ਕਰਕੇ ਤੇਰੇ ਕੋਲ ਬਹੁਤੀ ਅਮੀਰੀ ਨਹੀਂ, ਸਰੀਰ ਦੇ ਉੱਪਰ ਪਾਏ ਹੋਏ ਪਾਟੇ ਬਸਤਰ ਹਨ। ਸੰਸਾਰ ਦੇ ਵਿੱਚ ਵੀ ਮਾਇਆ ਕਰਕੇ ਤੇਰਾ ਬਹੁਤਾ ਵੱਡਾ ਉਹਦਾ ਮਰਾਤਬਾ ਨਹੀਂ ਹੈ, ਤੈਨੂੰ ਤਾਂ ਤੇਰੇ ਆਪਣੇ ਹੀ ਛੱਡ ਗਏ ਹਨ। ਪ੍ਰਤੀਤ ਹੁੰਦਾ ਹੈ ਜਿਸ ਤੋਂ ਤੂੰ ਝੌਂਪੜੀ ਪਾ ਕੇ ਬੈਠਾ ਹੋਇਆ, ਕਿਸੇ ਦੇ ਨਾਲ ਤੇਰਾ ਮੇਲ ਮਿਲਾਪ ਵੀ ਨਹੀਂ ਹੈ। ਪਰ ਮਿੱਤਰਾ, ਤੇਰੇ ਉੱਪਰ ਪਰਮੇਸ਼ਰ ਦੀ ਕਿਰਪਾ ਹੈ, ਤੇਰੇ ਕੋਲ ਵਿਦਵਤਾ ਨਹੀਂ ਹੈ, ਤੇਰੇ ਕੋਲ ਅਮੀਰੀ ਨਹੀਂ ਹੈ, ਪਰ ਤੂੰ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਹੈ। ਅਗਲਾ ਬਚਨ ਮਹਾਰਾਜ ਨੇ ਉਚਾਰਿਆ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮ ਨ ਧੌਲ ਹਰ ਜਿਤ ਹਰ ਬਿਸਰਾਏ। ਭਲਿਆ ਤੇਰੀ ਤਾਂ ਇਹ ਝੋਪੜੀ ਵੀ ਚੰਗੀ ਹੈ, ਜਿਸ ਦੇ ਵਿੱਚ ਤੂੰ ਬੈਠਾ ਹੋਇਆ ਦੁਨਿਆਵੀ ਵਿਦਿਆ ਤੋਂ ਸਖਣਾ, ਦੁਨਿਆਵੀ ਸੰਸਾਰ ਦੀ ਅਮੀਰੀ ਤੋਂ ਸਖਣਾ, ਵਾਹਿਗੁਰੂ ਪਰਮਾਤਮਾ ਦੇ ਸ਼ਰਧਾ ਭਰੋਸੇ ਵਿਸ਼ਵਾਸ ਦੇ ਨਾਲ ਪਰਮੇਸ਼ਰ ਦੇ ਗੁਣ ਗਾ ਰਿਹਾ। ਯਾਦ ਰੱਖਿਓ ਗੁਰਸਿੱਖੋ, ਗੁਰੂ ਕਾ ਸਿੱਖ ਦੁਨਿਆਵੀ ਵਿਦਿਆ ਰੱਜ ਰੱਜ ਪੜ੍ਹੇ, ਕਿਉਂਕਿ ਸਾਡੇ ਧਰਮ ਦੇ ਵਿੱਚ ਇੱਕ ਬਚਨ ਆਉਂਦਾ ਹੈ, ਬਹੁ ਗੁਣੀ ਸਦਾਵੇ ਪੁੱਤ ਨਾ ਪੜਾਵੇ, ਸੋ ਸਤਰੂ ਸਮਤਾਤ, ਸੋਭਾ ਨਹੀਂ ਪਾਵੇ ਮਤ ਨਹੀਂ ਆਵੇ, ਜਗ ਮੈਂ ਇਹ ਬਖਿਆਤ। ਆਪਣੇ ਧੀਆਂ ਪੁੱਤਰਾਂ ਨੂੰ ਵੈਲ ਐਜੂਕੇਟਡ ਬਣਾਉਣਾ ਚਾਹੀਦਾ ਹੈ, ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ, ਪਰ ਜਿੱਥੇ ਦੁਨਿਆਵੀ ਵਿਦਿਆ ਉਹਨਾਂ ਨੂੰ ਪੜਾਉਣੀ ਹੈ ਨਾ, ਨਾਲ ਦੀ ਨਾਲ ਜਿਹੜੇ ਧਰਮ ਦੇ ਸ਼ੁਭ ਗੁਣ ਹਨ, ਜਿਵੇਂ ਸਿੰਘ ਸਾਹਿਬ ਜਾਨ ਜੀ ਦਰਸਾ ਰਹੇ ਸਨ, ਗੁਰੂ ਕਾ ਸਿੱਖ ਗੁਰੂ ਕੇ ਸਿੱਖ ਦੀ ਸਹਾਇਤਾ ਕਰੇ। ਇਹ ਨਾ ਕਿਉਂਕਿ ਇਹ ਸਿੰਘ ਸਾਹਿਬ ਜੀ ਕਹਿ ਰਹੇ ਸਨ, ਨਹੀਂ ਨਹੀਂ, ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਦਾਨ ਦਿਓ ਇਨਹੀ ਕੋ ਭਲੋ, ਅਰ ਆਨ ਕੋ ਦਾਨ ਨਾ ਲਾਗਤ ਨਿਕੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ, ਸਿੱਖਾ ਤੇਰਾ ਦਿੱਤਾ ਹੋਇਆ ਸਿੱਖ ਨੂੰ ਦਾਨ ਚੰਗਾ ਹੈ, ਜੇ ਸਿੱਖ ਗਰੀਬ ਹੈ ਤੇ ਉਸ ਦੀ ਬਾਹ ਫੜ। ਸਾਡੇ ਰਹਿਤਨਾਮਿਆਂ ਦੇ ਵਿੱਚ ਵੀ ਇਹ ਬਚਨ ਆਉਂਦਾ ਹੈ ਕਿ ਸਿੱਖ ਗਰੀਬ ਸਿੱਖ ਦੀ ਮਦਦ ਕਰੇ, ਉਸ ਦੇ ਉੱਪਰ ਸਾਡੀ ਖੁਸ਼ੀ ਹੋਵੇਗੀ। ਸੋ ਵਿਚਾਰ ਕਰ ਰਹੇ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਲਿਆ ਤੂੰ ਇਸ ਸੰਸਾਰ ਦੇ ਵਿੱਚ ਭਲਾ ਹੈ, ਚੰਗਾ ਹੈ ਭਾਈ ਹਿੰਮਿਆ, ਕਿਉਂਕਿ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਣਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਗੌੜੀ ਰਾਗ ਦੇ ਵਿੱਚ ਜੋ 52 ਅੱਖਰੀ ਹੈ, ਉਸ ਦੇ ਵਿੱਚ ਇੱਕ ਸ਼ਲੋਕ ਹੈ। ਸਤਿਗੁਰੂ ਕਹਿੰਦੇ, ਅਤ ਸੁੰਦਰ ਕੁਲੀਨ ਚਤੁਰ
ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ। ਇਹ 5 ਗੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਣੇ ਹਨ। ਇਹਨਾਂ ਦੇ ਵਿੱਚੋਂ ਇੱਕ ਗੁਣ ਹੈ ਜਿਹੜਾ ਬਹੁਤ ਜ਼ਿਆਦਾ ਵੱਡਾ ਪੜ੍ਹਿਆ ਲਿਖਿਆ ਹੋਵੇ। ਇਹ ਨਹੀਂ ਕਿ ਪੜ੍ਹਨਾ ਲਿਖਣਾ ਮਾੜਾ ਹੈ, ਪਰ ਇੰਨੀ ਪੜ੍ਹਾਈ ਦੇ ਬਾਵਜੂਦ ਇੰਨੀ ਸਮਝ ਵੀ ਨਹੀਂ ਆਈ ਕਿ ਇਹ ਜੀਵਨ ਸਫਲ ਪਰਮੇਸ਼ਰ ਦਾ ਨਾਮ ਜਪ ਕੇ ਹੋਣਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਸੰਸਾਰ ਦੇ ਵਿੱਚ ਉਹ ਤੁਰਦੀ ਫਿਰਦੀ ਲਾਸ਼ ਹੈ। ਇਸ ਵਾਸਤੇ ਜੋ ਸੰਪੂਰਨ ਰੂਪ ਦੇ ਵਿੱਚ ਅੱਜ ਪਵਿੱਤਰ ਸ਼ਬਦ ਦਾ ਉਪਦੇਸ਼ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਪੜ੍ਹਿਆ ਹੋਇਆ ਹੈ, ਕੋਈ ਅਨਪੜ੍ਹ ਹੈ, ਭਾਈ ਉਹ ਪਰਮ ਗਤੀ ਨੂੰ ਪ੍ਰਾਪਤ ਕਰਦਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਧਿਆਉਂਦਾ ਹੈ। ਇਸ ਵਾਸਤੇ ਗੁਰੂ ਕੀ ਸੰਗਤ ਦੇ ਵਿੱਚ ਆਓ, ਪਰਮੇਸ਼ਰ ਦਾ ਨਾਮ ਜਪੋ ਤੇ ਜੀਵਨ ਦਾ ਭਲਾ ਹੋਵੇਗਾ। ਆਓ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾ। ਜੋ ਪ੍ਰਾਣੀ ਗੋਵਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮ ਗਤ ਪਾਵੈ। ਗੌੜੀ ਰਾਗ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਉਚਾਰਨ ਕਰਤਾ ਹਨ। ਮਹੱਲਾ ਦਾ ਅਰਥ ਹੁੰਦਾ ਹੈ ਸਵਰੂਪ। ਦਾਨੇ ਸਿਆਣੇ ਗੁਰਮੁਖ ਸੱਜਣ ਅਰਥ ਕਰਦੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪੰਜਵੇਂ ਸਵਰੂਪ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ। ਸਤਿਗੁਰੂ ਬਚਨ ਕਰਦੇ ਜਿਹੜਾ ਪ੍ਰਾਣਾ ਧਾਰੀ ਜੀਵ ਜਿਸ ਦੇ ਸਵਾਸ ਚੱਲ ਰਹੇ ਹਨ, ਉਹ ਗੋਬਿੰਦ ਵਾਹਿਗੁਰੂ ਪ੍ਰਮਾਤਮਾ ਅਕਾਲ ਪੁਰਖ ਸਨਾਤਨ ਮਤ ਜਿਸ ਨੂੰ ਰਾਮ ਕਹਿ ਕੇ ਪੁਕਾਰਦਾ ਹੈ, ਮੁਸਲਮਾਨ ਜਿਸ ਨੂੰ ਅੱਲਾ ਕਹਿੰਦੇ ਹਨ, ਜਿਹੜਾ ਉਸ ਨੂੰ ਆਪੋ ਆਪਣੇ ਮਤ ਦੇ ਮੁਤਾਬਕ ਧਿਆਵੇਗਾ। ਕੱਲ ਦਾ ਪਾਵਨ ਸ਼ਬਦ ਜੋ ਆਪ ਜੀ ਨੇ ਕਥਾ ਦੇ ਵਿੱਚ ਸਰਵਣ ਕੀਤਾ, ਉਸ ਦੇ ਵਿੱਚ ਜਪ ਸ਼ਬਦ ਆਇਆ ਸੀ। ਜਪ ਦਾ ਭਾਵ ਸਾਡੇ ਸਰੀਰਕ ਇੰਦਰੇ ਇਸ ਜ਼ੁਬਾਨ ਦੇ ਨਾਲ ਹੈ। ਜਿਹੜਾ ਧਿਆਉਣ ਦਾ ਭਾਵ ਹੈ ਨਾ, ਉਹ ਸਾਡੇ ਮਨ ਦੇ ਨਾਲ ਹੈ। ਜਾਂ ਗੁਰੂ ਕੀ ਬਾਣੀ ਦੇ ਵਿੱਚ ਵਚਨ ਵਰਤਿਆ ਹਿਰਦੈ ਧਿਆਈਐ ਸੋਈ। ਜਦੋਂ ਧਿਆਉਣ ਦੀ ਗੱਲ ਆਉਂਦੀ ਹੈ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤਰ ਗੁਰ ਆਰਾਧਨਾ। ਅੰਤਰਮੁਖੀ ਬਿਰਤੀ ਕਰਕੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਧਿਆਨ ਜੋੜਨਾ, ਸੁਰਤ ਜੋੜਨੀ। ਉਸ ਵਾਹਿਗੁਰੂ ਪ੍ਰਮਾਤਮਾ ਦਾ ਜਿਹੜਾ ਚੇਤਾ ਹੈ ਜੀਵਨ ਦੇ ਵਿੱਚੋਂ ਵਿਸਾਰਨਾ ਹੀ ਨਾ, ਉਸ ਦਾ ਸਿਮਰਨ ਕਰਦੇ ਰਹਿਣਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਧਿਆਉਂਦਾ ਹੈ, ਇੱਥੇ ਕਿਸੇ ਵਿਸ਼ੇਸ਼ ਵਿਅਕਤੀ ਦੇ ਬਾਰੇ ਨਹੀਂ ਕਿਹਾ ਗਿਆ, ਜਿਹੜਾ ਵੀ ਪ੍ਰਾਣਾਧਾਰੀ ਜੀਵ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਧਿਆਉਂਦਾ ਹੈ, ਉਹ ਚਾਹੇ ਪੜ੍ਹਿਆ ਹੋਵੇ, ਛੇ ਸ਼ਾਸਤਰ ਪੜ੍ਹੇ ਹੋਣ, ਮਹਾਨ ਵਿਦਵਾਨ ਹੋਵੇ, 4 ਵੇਦਾਂ ਦਾ ਜਾਣੂ ਹੋਵੇ, ਮੁਸਲਮਾਨੀ ਮਤ ਦੇ ਵਿੱਚ 4 ਕਿਤਾਬਾਂ ਹਨ, ਅੰਜੀਲ, ਤੌਰੇਤ, ਜੰਬੂਰ ਤੇ ਕੁਰਾਨ, ਉਹਨਾਂ ਨੂੰ ਪੜ੍ਹਿਆ ਹੋਵੇ, ਤੇ ਅਣਪੜ੍ਹਿਆ ਜਿਸ ਨੂੰ ਕੁਛ ਵੀ ਪੜ੍ਹਨਾ ਨਾ ਆਉਂਦਾ ਹੋਵੇ, ਸਵਾਏ ਵਾਹਿਗੁਰੂ, ਸਵਾਏ ਅੱਲਾ, ਸਵਾਏ ਰਾਮ ਤੋਂ ਹੋਰ ਕੁਛ ਵੀ ਨਾ ਆਉਂਦਾ ਹੋਵੇ, ਕਿਸੇ ਵੀ ਧਾਰਮਿਕ ਗ੍ਰੰਥ ਦੀ ਜਿਹੜੀ ਵਿਦਿਆ ਹੈ ਨਾ ਪ੍ਰਾਪਤ ਹੋਵੇ, ਸਤਿਗੁਰੂ ਕਹਿੰਦੇ ਉਸ ਨੂੰ ਮੁਕਤੀ ਪ੍ਰਾਪਤ ਹੋਵੇਗੀ ਜਿਹੜਾ ਵੀ ਧਿਆਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਬਿਲਕੁਲ ਹੀ ਸੱਤ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹਾਂ ਸਿੱਖੋ, ਜਿਨੂੰ ਕਿਛ ਜਾਨੀ ਤਿਨੂੰ ਜਾਨੀ ਪੈ ਬਖਾਨੀ ਨਾਹੇ, ਐਸੇ ਨਾ ਪ੍ਰਪੰਚ ਮਨ ਭੂਲ ਅਨਿਯਤ ਹੈ। ਦੁਨੀਆ ਦੇ ਵਿੱਚ ਇਸ ਗੱਲ ਨੂੰ ਹੋਰ ਵੀ ਬੜੇ ਧਾਰਮਿਕ ਗੁਰੂ ਜਾਣਦੇ ਸਨ, ਪਰ ਉਹਨਾਂ ਨੇ ਆਪਣੀ ਪੂਜਾ ਕਰਾਉਣ ਦੇ ਬਦਲੇ ਇਹ ਕਿਸੇ ਨੂੰ ਗੱਲ ਹੀ ਨਾ ਦੱਸੀ, ਇਹ ਗੱਲ ਕਿਸੇ ਨੂੰ ਸਮਝਾਈ ਵੀ ਨਾ ਕਿ ਪਰਮੇਸ਼ਰ ਦਾ ਨਾਮ ਜਪਣ ਦੇ ਵਿੱਚ ਹੀ ਮੁਕਤੀ ਹੈ। ਬਾਕੀ ਪੜ੍ਹ ਲਿਖ ਜਿੰਨਾ ਮਰਜੀ ਜਾਵੇ,
ਪੜਿਆ ਪੜਿਆ ਪੜ ਗਿਆ ਚਾਰੇ ਵੇਦ, ਅੰਤਰ ਗਿਆਨ ਨਾ ਆਇਓ ਰਹਿਓ ਢੇਡ ਕੋ ਢੇਡ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਬਚਨ ਹੈ, ਵੇਦ ਪੁਰਾਨ ਪੜ੍ਹੇ ਕੋ ਇਹੋ ਗੁਣ, ਸਿਮਰੈ ਹਰਿ ਕੋ ਨਾਮਾ। ਇਹ ਧਾਰਮਿਕ ਗ੍ਰੰਥ ਪੜ੍ਹਿਆਂ ਦਾ ਲਾਭ ਤਾਂ ਇਹ ਹੈ ਕਿ ਜੋ ਧਾਰਮਿਕ ਗ੍ਰੰਥ ਸਿੱਖਿਆ ਦਿੰਦੇ ਹਨ ਉਹਨਾਂ ਨੂੰ ਜੀਵਨ ਦੇ ਵਿੱਚ ਧਾਰ ਲਓ। ਜੇ ਕੇਵਲ ਤੇ ਕੇਵਲ ਸਾਡੀ ਬਿਰਤੀ ਪੜ੍ਹਨ ਤੱਕ ਸੀਮਤ ਰਹਿ ਗਈ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ, ਵੇਦ ਪੁਰਾਨ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। 4 ਵੇਦ ਹਨ, 27 ਸਿਮਰਤੀਆਂ ਹਨ, 6 ਸ਼ਾਸਤਰ ਹਨ, ਪੁਰਾਨ 18 ਪੁਰਾਨ ਹਨ, ਇਸੇ ਪ੍ਰਕਾਰ 4 ਕਿਤਾਬਾਂ ਹਨ। ਮਹਾਰਾਜ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਪੜ੍ਹਨ ਦੇ ਨਾਲ ਹੀ ਕੇਵਲ ਮੁਕਤ ਨਹੀਂ ਹੋਇਆ ਜਾ ਸਕਦਾ। ਭਾਰਤ ਵਰਸ਼ ਦੇ ਵਿੱਚ ਇੱਕ ਮਹਾਂਪੁਰਖ ਹੋਏ ਜਿਨ੍ਹਾਂ ਦਾ ਨਾਮ ਸੀ ਜੱਗਿਆ ਵਲਖ। ਇਹਨਾਂ ਦੇ ਸਾਹਮਣੇ ਹੁੰਦੇ ਜਦੋਂ ਅਸੀਂ ਇਹਨਾਂ ਦਾ ਜੀਵਨ ਪੜ੍ਹਦੇ ਹਾਂ ਤੇ ਬ੍ਰਹਮਚਾਰੀ ਰਿਸ਼ੀ ਤੁਰਿਆ ਜਾ ਰਿਹਾ ਸੀ। ਰਿਸ਼ੀ ਤੁਰਿਆ ਜਾ ਰਿਹਾ ਹੈ। ਜੱਗਿਆ ਵਲਖ ਰਿਸ਼ੀ ਨੇ ਇਸ ਨੂੰ ਤੱਕ ਕੇ ਕਿਹਾ, ਗਰਦਬ ਗਸਤੀ, ਵੀ ਗਧਾ ਤੁਰਿਆ ਜਾ ਰਿਹਾ। ਹੈਰਾਨਗੀ ਦੀ ਗੱਲ, ਉਹ ਜਿਹੜਾ ਰਿਸ਼ੀ ਸੀ ਉਹ ਸੀ ਦੁਰਵਾਸਾ, ਉਸ ਦੇ ਪਾਸ ਵਿਦਿਆ ਬੜੀ ਸੀ, ਬੜਾ ਵਿਦਵਾਨ ਸੀ। ਪਰ ਇਹ ਮਹਾਤਮਾ ਨੇ ਜਦੋਂ ਬਚਨ ਕਿਹਾ ਗਰਦਬ ਗਸਤੀ, ਗਧਾ ਤੁਰਿਆ ਜਾ ਰਿਹਾ ਸੀ, ਬੜੇ ਗੁੱਸੇ ਵਾਲਾ ਸੀ। ਦੁਰਵਾਸਾ ਪਾਸ ਆਣ ਕੇ ਕਹਿਣ ਲੱਗਾ, ਮਹਾਤਮਾ ਜੀ ਇੰਨੇ ਵਿਦਵਾਨ ਹਾਂ ਮੈਂ, ਸਾਰੇ ਹੀ ਗ੍ਰੰਥਾਂ ਨੂੰ ਬਾਚਿਆ ਹੋਇਆ। ਜਿਸ ਪ੍ਰਕਾਰ ਦੀ ਕੋਈ ਵੀ ਮੇਰੇ ਨਾਲ ਚਰਚਾ ਕਰੇ ਹਰੇਕ ਨੂੰ ਹਰਾਉਣ ਦੀ ਮੈਂ ਸਮਰੱਥਾ ਰੱਖਦਾ, ਪਰ ਤੁਸੀਂ ਕਹੀ ਜਾ ਰਹੇ ਹੋ ਕਿ ਉਹ ਵੇਖੋ ਗਧਾ ਤੁਰਿਆ ਜਾ ਰਿਹਾ ਹੈ। ਤਾਂ ਉਹ ਮਹਾਤਮਾ ਨੇ ਬਚਨ ਕਿਹਾ, ਕਹਿਣ ਲੱਗੇ, ਉਹ ਦੁਰਵਾਸਾ ਇੰਨੇ ਗ੍ਰੰਥ ਪੜ੍ਹਨ ਦੇ ਬਾਵਜੂਦ ਵੀ ਉਹ ਕ੍ਰਿਸ਼ਨ ਦੇ ਪੁੱਤਰ ਸੀ ਸਾਂਭ, ਬਾਲਕ ਸਨ, ਬਾਲਕਾਂ ਜਿਹੜੇ ਹਨ ਉਹ ਮਸ਼ਕਰੀਆਂ ਕਰਦੇ ਹੀ ਹਨ। ਜੇ ਤੇਰੇ ਨਾਲ ਮਸ਼ਕਰੀ ਕੀਤੀ, ਤੈਨੂੰ ਜੀਵਨ ਦੇ ਵਿੱਚ ਸਹਿਜ ਨਾ ਆਇਆ, ਤੂੰ ਉਹਨਾਂ ਨੂੰ ਸਰਾਫ ਦੇ ਕੇ ਉਹਨਾਂ ਦੀ ਕੁੱਲ ਨਾਸ਼ ਕਰਤੀ। ਤੇਰੀ ਇੰਨੀ ਵਿਦਿਆ ਪੜ੍ਹਨ ਦਾ ਕੀ ਫਾਇਦਾ ਜੇ ਜੀਵਨ ਦੇ ਵਿੱਚ ਸਹਿਜ ਹੀ ਨਹੀਂ ਪ੍ਰਾਪਤ ਹੋਇਆ। ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 52 ਬਚਨਾਂ ਦੇ ਵਿੱਚ ਇਹ ਬਚਨ ਹੈ ਕਿ ਗੁਰੂ ਕਾ ਸਿੱਖ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰਨੀ ਹੈ, ਆਪਣੀ ਧਰਮ ਦੀ ਵਿਦਿਆ ਪੜ੍ਹਨੀ ਹੈ, ਉੱਥੇ ਬਾਹਰਲੇ ਧਾਰਮਿਕ ਗ੍ਰੰਥਾਂ ਦਾ ਵੀ ਗਿਆਨ ਰੱਖਣਾ ਹੈ। ਇਸ ਦਾ ਮਤਲਬ ਹੈ ਸਿੱਖ ਰੱਜ ਵਿਦਿਆ ਪੜ੍ਹੇ, ਪਰ ਉਹ ਜੋ ਵਿਦਿਆ ਉਪਦੇਸ਼ ਦਿੰਦੀ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਵੇਦ ਪੁਰਾਨ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਜੇ ਕੇਵਲ ਪੜ੍ਹ ਲਿਆ ਤੇ ਪੜ੍ਹ ਕੇ ਉਸ ਦੇ ਵਿੱਚੋਂ ਉਪਦੇਸ਼ ਹੀ ਕੋਈ ਨਾ ਧਾਰਨ ਕੀਤਾ, ਜੋ ਗੁਰਬਾਣੀ ਨੇ ਕਿਹਾ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਮਾਰੇ ਕਹਿੰਦੇ ਸਿਮਰਤ ਵੇਦ ਪੁਰਾਨ ਔਰ ਜਿੰਨੇ ਵੀ ਧਾਰਮਿਕ ਗ੍ਰੰਥ ਹਨ, ਪੁਸਤਕਾਲਿਆਂ ਦੇ ਵਿੱਚ ਪਏ ਹੋਏ ਪੋਥੀਆਂ, ਉਹ ਇਹ ਪੁਕਾਰ ਕੇ ਆਵਾਜ਼ ਦੇ ਕਰਕੇ ਗੱਲ ਕਹਿੰਦੀਆਂ ਹਨ ਕਿ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਗੈਰ ਸਾਰੀਆਂ ਗੱਲਾਂ ਹੌਲੀਆਂ ਹਨ ਸੰਸਾਰ ਦੇ ਵਿੱਚ। ਔਰ ਜੇ ਵਿਦਿਆ ਪੜ੍ਹ ਲਈ, ਇਹ ਉਪਦੇਸ਼ ਹੀ ਗ੍ਰਹਿਣ ਨਾ ਕੀਤਾ, ਫਿਰ ਜਿਹੜਾ ਜੀਵਨ ਹੈ ਉਹ ਨਿਰਾਰਥਕ ਚਲੇ ਜਾਵੇ। ਇਸ ਦੇ ਨਾਲੋਂ ਵੀ ਉੱਤਮ ਬਾਤ ਗੁਰੂ ਕੀ ਬਾਣੀ ਨੇ ਕਹੀ। ਮਾਰੇ ਕਹਿੰਦੇ, ਦੋਜਕ ਪਵਦਾ ਕਿਉਂ ਰਹੇ ਜਾਂ ਚਿੱਤ ਨਾ ਹੋਏ ਰਸੂਲ। ਆਪਣੇ ਆਪ ਨੂੰ ਸੰਸਾਰ ਦੇ ਵਿੱਚ ਕਿਸੇ ਧਰਮ ਦਾ ਪੈਗੰਬਰ ਵੀ ਸਦਵਾ ਰਿਹਾ ਹੋਵੇ, ਧਰਮ ਦੀ ਵੱਡੀ ਧਾਰਮਿਕ ਸ਼ਖਸੀਅਤ ਹੋਵੇ, ਪਰ ਜੇ ਪਰਮੇਸ਼ਰ ਦਾ ਨਾਮ ਚੇਤੇ ਦੇ ਵਿੱਚ ਨਹੀਂ ਨਾ, ਗੁਰਬਾਣੀ ਕਹਿੰਦੀ ਉਹ ਦੋਜਕਾਂ ਦੀ ਅੱਗ ਦੇ ਵਿੱਚੋਂ, ਨਰਕਾਂ ਦੀ ਅੱਗ ਦੇ ਵਿੱਚੋਂ ਪੈਨੋਂ ਰਹਿ ਨਹੀਂ ਸਕਦਾ। ਇਵੇਂ ਜਿਵੇਂ ਇੱਕ ਭੁੱਖਾ ਹੈ, ਉਹ ਚਾਹੇ ਅਨਪੜ੍ਹ ਹੈ ਚਾਹੇ ਪੜ੍ਹਿਆ ਲਿਖਿਆ ਹੈ, ਜਦੋਂ ਉਹ ਭੋਜਨ ਖਾਵੇਗਾ ਉਸ ਨੂੰ ਤ੍ਰਿਪਤੀ ਪ੍ਰਾਪਤ ਹੋਵੇਗੀ। ਗੁਰਬਾਣੀ ਦਾ ਬਚਨ ਮਾਰੇ ਕਹਿੰਦੇ, ਬਿਨ ਖਾਏ ਬੂਝੈ ਨਹੀਂ ਭੁੱਖਾ। ਖਾਣ ਤੋਂ ਬਗੈਰ ਭੁੱਖ ਮਿਟਦੀ ਨਹੀਂ।
ਜੇ ਪੜ੍ਹਿਆ ਲਿਖਿਆ ਹੈ, ਸਾਹਮਣੇ ਥਾਲੀ ਪਰੋਸੀ ਹੋਈ ਹੈ ਤੇ ਕਵੇ ਮੈਂ ਪੜ੍ਹਿਆ ਲਿਖਿਆ ਹਾਂ, ਇਸ ਨੂੰ ਵੇਖ ਕੇ ਤ੍ਰਿਪਤੀ ਹੋ ਜਾਵੇਗੀ? ਨਹੀਂ ਹੁੰਦੀ। ਜਿਵੇਂ ਇੱਕ ਪਿਆਸਾ ਹੈ, ਚਾਹੇ ਉਹ ਪੜ੍ਹਿਆ ਹੈ ਚਾਹੇ ਉਹ ਅਨਪੜ੍ਹ ਹੈ, ਉਸ ਨੂੰ ਜਲ ਛਕ ਕੇ ਹੀ ਤ੍ਰਿਪਤੀ ਪ੍ਰਾਪਤ ਹੋਵੇਗੀ, ਪਿਆਸ ਮਿਟੇਗੀ। ਐਵੇਂ ਗੁਰੂ ਕੀ ਬਾਣੀ ਨੇ ਕਿਹਾ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਜਿਹੜਾ ਛਕੇਗਾ, ਜਿਹੜਾ ਜੀਵਨ ਦੇ ਵਿੱਚ ਧਾਰਨ ਕਰ ਲਵੇਗਾ, ਜੋ ਗੁਰੂ ਨੇ ਬਚਨ ਕਿਹਾ ਪਹਿਲੋਂ ਉਹਨੂੰ ਜੀਵਨ ਦੇ ਵਿੱਚ ਵਸਾਉਣਾ ਤੇ ਫਿਰ ਪਹੁੰਚਾਉਣ ਦੀ ਸਮਰੱਥਾ ਰੱਖਣੀ। ਭਾਵ ਵੀ ਜੋ ਗੁਰੂ ਨੇ ਕਿਹਾ ਹੈ ਉਹ ਮੇਰੇ ਜੀਵਨ ਦੇ ਭਲੇ ਵਾਸਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਦਾ ਉਧਾਰ ਹੋ ਜਾਵੇਗਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਜਿਹੜਾ ਪ੍ਰਾਣਾਧਾਰੀ ਜੀਵ ਇਸ ਸੰਸਾਰ ਦੇ ਵਿੱਚ ਜਿਹਦੇ ਸਵਾਸ ਚੱਲ ਰਹੇ ਹਨ, ਉਸ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਨਾਮ ਧਿਆਉਂਦਾ ਹੈ, ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ, ਉਹ ਸੰਸਾਰ ਦੇ ਵਿੱਚੋਂ ਮੁਕਤ ਹੋ ਜਾਵੇਗਾ। ਸਾਧੂ ਸੰਗ ਸਿਮਰ ਗੋਪਾਲ, ਬਿਨ ਨਾਵੈ ਝੂਠਾ ਤਨ ਮਾਲ। ਇਸ ਵਾਸਤੇ ਜਿਹੜੇ ਸਾਧੂ ਮਹਾਤਮਾ ਸਾਧੇ ਹੋਏ ਜੀਵਨ ਵਾਲੇ ਹਨ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਕਿਹਾ, ਗੁਰਮੁਖ ਸਾਧ ਅਸਾਧ ਸਾਧ ਸਦਾਇਆ। ਨਾ ਸਾਧੇ ਜਾਣ ਵਾਲਾ ਜਿਹੜਾ ਇਹ ਮਨ ਹੈ, ਇਸ ਨੂੰ ਜਿਨ੍ਹਾਂ ਨੇ ਆਪਣੇ ਵਸ ਦੇ ਵਿੱਚ ਕੀਤਾ ਹੋਇਆ, ਉਹਨਾਂ ਦਾ ਜੀਵਨ ਕੀ ਹੈ? ਆਪ ਜਪੈ ਅਵਰਹਿ ਨਾਮ ਜਪਾਵੇ। ਆਪਣੀ ਸਰੀਰਕ ਪੂਜਾ ਦੇ ਵਿੱਚ ਉਹ ਉਲਝਾਉਂਦੇ ਨਹੀਂ, ਫਸਾਉਂਦੇ ਨਹੀਂ। ਆਪ ਵੀ ਰੱਬ ਦਾ ਨਾਮ ਜਪਦੇ ਤੇ ਜਿਹੜੇ ਪਾਸ ਆਉਂਦੇ ਉਹਨਾਂ ਨੂੰ ਵੀ ਕਹਿੰਦੇ, ਭਾਈ ਰੱਬ ਦਾ ਨਾਮ ਜਪੋ, ਜੀਵਨ ਦੇ ਵਿੱਚ ਭਲਾ ਹੋਵੇਗਾ। ਮਹਾਰਾਜ ਕਹਿੰਦੇ ਐਸੇ ਸਾਧੇ ਹੋਏ ਜੀਵਨ ਵਾਲੇ ਜਿਹੜੇ ਪੁਰਖ ਹਨ, ਉਹਨਾਂ ਦੇ ਸੰਗ ਇੱਥੇ ਗੱਗੇ ਸਿਹਾਰੀ ਹੈ, ਜਿਸ ਦਾ ਅਰਥ ਬਣਦਾ ਹੈ ਸੰਗੀ ਬਣ ਕੇ। ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ, ਸਤ ਸੰਗਤ ਕਰਕੇ ਸਿਮਰ ਗੋਪਾਲ, ਜੋ ਪ੍ਰਿਥਵੀ ਪਾਲਕ ਵਾਹਿਗੁਰੂ ਪਰਮਾਤਮਾ ਹੈ ਨਾ, ਉਸ ਨੂੰ ਸਿਮਰਨਾ ਕਰੋ। ਹੁਣ ਕਹੀਏ ਮਹਾਰਾਜ ਸਿਮਰਦੇ ਹਾਂ, ਕੀ ਲਾਭ ਹੋਵੇਗਾ? ਸ਼ਹੀਦਾਂ ਦੇ ਸਰਤਾਜ ਸਤਿਗੁਰੂ ਕਹਿੰਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। 80% ਧਰਮ ਦੀ ਦੁਨੀਆ ਦੇ ਵਿੱਚ ਧਾਰਮਿਕ ਅਸਥਾਨਾਂ ਤੇ ਸਾਡੀ ਅਰਦਾਸ ਹੁੰਦੀ ਹੈ ਕਿ ਸਾਨੂੰ ਸੁੱਖ ਨਹੀਂ ਪ੍ਰਾਪਤ ਹੋ ਰਿਹਾ, ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਲਿਆ ਜੇ ਘਰ ਦੇ ਵਿੱਚ ਸੁੱਖ ਚਾਹਣਾ ਹੈ, ਘਰ ਦੇ ਜਿੰਨੇ ਵੀ ਕਲੇਸ਼ ਹਨ ਉਹਨਾਂ ਨੂੰ ਖਤਮ ਕਰਨਾ ਚਾਹਣਾ ਹੈ, ਤਾਂ ਉਸ ਵਾਹਿਗੁਰੂ ਪਰਮਾਤਮਾ ਜਿਹੜਾ ਸਿਮਰਨੇ ਯੋਗ ਹੈ, ਉਸ ਦਾ ਸਿਮਰਨ ਕਰ। ਜੇ ਸਿਮਰਨੇ ਯੋਗ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰੇਗਾ ਨਾ, ਤੈਨੂੰ ਜੀਵਨ ਦੇ ਵਿੱਚ ਸੁੱਖ ਮਿਲੇਗਾ। ਉਹ ਜਿਹੜਾ ਸੁੱਖ ਹੈ, ਉਹ ਸੁੱਖ ਅਬਿਨਾਸੀ ਹੋਵੇਗਾ। ਉਹ ਸੁੱਖ ਉਹ ਜੀਵਨ ਦੇ ਵਿੱਚੋਂ ਨਾਸ਼ ਨਹੀਂ ਹੋਵੇਗਾ। ਉਹ ਸੁੱਖ ਪ੍ਰਾਪਤ ਹੋਵੇਗਾ ਗੁਰੂ ਬਚਨਾਂ ਦੇ ਮੁਤਾਬਕ ਜਿਹੜਾ ਸਿਮਰਨ ਕਰਨਾ ਹੈ। ਜਦੋਂ ਸੁੱਖ ਦੀ ਪ੍ਰਾਪਤੀ ਹੋ ਗਈ, ਉਹ ਸਿਮਰਨ ਦੇ ਵਿੱਚੋਂ ਉਹ ਤਨ ਭਾਵੇਂ ਆਰੇ ਦੇ ਨਾਲ ਚੀਰਿਆ ਜਾਵੇ, ਉਹ ਤਨ ਭਾਵੇਂ ਬੰਦ ਕੱਟਿਆ ਜਾਵੇ, ਉਹ ਤਨ ਭਾਵੇਂ ਰੂੰ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਜਾਵੇ, ਉਹ ਤਨ ਭਾਵੇਂ ਉਬਲਦੇ ਹੋਏ ਪਾਣੀ ਦੇ ਦੇਗ ਦੇ ਉਬਾਲਾ ਦਿੱਤਾ ਜਾਵੇ, ਪਰ ਉਹ ਸੁੱਖ ਇੰਨਾ ਮਹਾਨ ਹੈ ਕਿ ਉਹ ਨਾਸ਼ ਹੀ ਨਹੀਂ ਹੁੰਦਾ, ਉਹ ਖਤਮ ਹੀ ਨਹੀਂ ਹੁੰਦਾ। ਪੁੱਛਿਆ ਗਿਆ ਸੀ ਨਾ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ, ਤੇ ਬਚਨ ਕਿਹਾ ਸੀ, ਸ਼ਾਇਦ ਜਲਾਦ ਦੇ ਮਨ ਦੇ ਵਿੱਚ ਖਿਆਲਾਤ ਸਨ ਕਿ ਜਦੋਂ ਅਸੀਂ ਆਰੇ ਦਾ ਡਰ ਦੇਵਾਂਗੇ ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਡੋਲ ਜਾਵੇਗਾ। ਪਰ ਅਨਹੋਣੀ ਹੋਈ ਉਸ ਵੇਲੇ ਜਦੋਂ ਪੁੱਛਿਆ, ਧੰਨ ਭਾਈ ਮਤੀ ਦਾਸ ਜੀ ਕਹਿਣ ਲੱਗੇ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਇਹ ਤੁਸੀਂ ਆਰਾ ਚਲਾਓ, ਆਪਣਾ ਕੰਮ ਤੁਸੀਂ ਬਾਖੂਬੀ ਨਿਭਾਓ, ਸਾਨੂੰ ਕੋਈ ਦੁੱਖ ਨਹੀਂ, ਸਾਨੂੰ ਤਾਂ ਇਹ ਚੰਗਾ ਲੱਗ ਰਿਹਾ ਹੈ ਵੀ ਗੁਰੂ ਦੇ ਬਚਨਾਂ ਦੇ ਮੁਤਾਬਕ, ਗੁਰੂ ਕੇ ਚਰਨਾਂ ਦੇ ਵਿੱਚ ਗੁਰੂ ਕਾ ਬਚਨ ਕਮਾਉਂਦਿਆਂ ਹੋਇਆਂ ਪ੍ਰਵਾਨ ਹੋ ਜਾਣਾ। ਮਹਾਰਾਜ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰੋ, ਸਦੀਵ ਕਾਲ ਸੁੱਖ ਪ੍ਰਾਪਤ ਹੋਵੇਗਾ। ਕਿਉਂਕਿ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਸਾਰੀਆਂ ਹੀ ਬਰਕਤਾਂ, ਲੋਕ ਦੇ ਸੁੱਖ ਨਹੀਂ। ਮਾਰੇ ਕਹਿੰਦੇ ਹਲਤ ਸੁੱਖ, ਪਲਤ ਸੁੱਖ,
ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟੇ ਚਰਾਣੇ ਪਾਪ ਕਮਾਣੇ, ਸਾਧ ਸੰਗਤ ਮਿਲ ਮੁਆ ਜੀਜੈ। ਦੁਨੀਆ ਦੇ ਜਿੰਨੇ ਵੀ ਸੁੱਖ ਹਨ ਉਹ ਝੋਲੀ ਪੈਣਗੇ, ਤੇ ਸੁੱਖ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਦੁੱਖ ਦਾ ਜੀਵਨ ਦੇ ਵਿੱਚੋਂ ਵਿਸਰਜਨ ਹੋ ਜਾਵੇ, ਦੁੱਖ ਖਤਮ ਹੋ ਜਾਵੇ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਜਿੰਨਾ ਵੀ ਦੁੱਖ ਹੈ ਨਾ, ਉਹ ਸਾਡੇ ਜੀਵਨ ਦੇ ਵਿੱਚ ਮੈਲ ਲੱਗੀ ਹੋਈ ਹੈ ਜੀ। ਮਲ, ਵਿਖੇਪਤਾ ਤੇ ਅਵਰਨ, ਇਹ ਤਿੰਨ ਤਰ੍ਹਾਂ ਦੀ ਮੈਲ ਹੁੰਦੀ ਹੈ, ਜਿਸ ਦੇ ਕਾਰਨ ਸਾਨੂੰ ਦੁੱਖ ਪ੍ਰਤੀਤ ਹੁੰਦਾ ਹੈ। ਜਦੋਂ ਪਰਮੇਸ਼ਰ ਦਾ ਸਿਮਰਨ ਕਰਾਂਗੇ ਨਾ, ਜਿਵੇਂ ਕੱਪੜੇ ਨੂੰ ਲੱਗੀ ਹੋਈ ਮੈਲ ਸਾਬਣ ਧੋ ਦਿੰਦਾ ਹੈ, ਸਰੀਰ ਨੂੰ ਲੱਗੀ ਹੋਈ ਮੈਲ ਸਰੀਰ ਦੇ ਉੱਪਰ ਪਾਣੀ ਪਾਈਏ, ਜ਼ੋਰ ਦੇ ਨਾਲ ਮਲੀਏ, ਉਹ ਲੱਥ ਜਾਂਦੀ ਹੈ। ਐਵੇਂ ਜਿਹੜੀ ਮੱਤ ਹੈ ਨਾ, ਜਦੋਂ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਾਂਗੇ, ਉਹ ਲੱਗੀ ਹੋਈ ਮਾਲ ਅਵਰਨਤਾ ਤੇ ਵਿਸ਼ੇਸ਼ਤਾ ਦੀ ਜਿਹੜੀ ਮੈਲ ਹੈ, ਉਹ ਨਾਸ਼ ਹੋ ਜਾਵੇਗੀ, ਖਤਮ ਹੋ ਜਾਵੇਗੀ। ਫਿਰ ਸੁੱਖ ਦੀ ਪ੍ਰਾਪਤੀ ਹੋਵੇਗੀ ਜਦੋਂ ਇਹ ਮੈਲ ਲਹਿ ਗਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਮੈਲ ਲਾਉਣ ਦੀ ਸਮਰੱਥਾ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਜਿਹੜੇ ਸਾਧੇ ਹੋਏ ਜੀਵਨ ਵਾਲੇ ਹਨ, ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਉਹ ਪ੍ਰਿਥਵੀ ਪਾਲਕ ਜੋ ਅਕਾਲ ਪੁਰਖ ਹੈ, ਉਸ ਦਾ ਸਿਮਰਨ ਕਰੋ। ਨਾਮ ਤੋਂ ਬਗੈਰ ਇਸ ਸੰਸਾਰ ਦੇ ਵਿੱਚ ਜਿਹੜਾ ਬੰਦਾ ਠੱਗੀਆਂ ਮਾਰਦਾ ਹੈ, ਪਰਪੰਚ ਛਲ ਵੱਲ ਕਰਕੇ ਧਨ ਕਮਾਉਂਦਾ ਹੈ, ਉਹ ਝੂਠਾ ਹੈ। ਤਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਕਿਹਾ, ਚੱਲਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਐ। ਮੈਂ ਇੱਕ ਬੇਨਤੀ ਕਰ ਦਵਾਂ, ਸਾਡੇ ਧਰਮ ਨੇ ਇਹ ਗੁਰੂ ਕੇ ਸਿੱਖ ਨੂੰ ਉਪਦੇਸ਼ ਦਿੱਤਾ ਹੈ ਕਿ ਗੁਰੂ ਕਿਆ ਸਿੱਖਾ, ਧਰਮ ਦੀ ਕਿਰਤ ਰੱਜ ਰੱਜ ਕਰ। ਕਿਉਂਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਦਾ ਉਪਦੇਸ਼ ਹੈ ਕਿ ਮਾਇਆ ਗੁਜਰਾਨ ਹੈ, ਪਰ ਉਹ ਪੈਸਾ ਜਿਹੜਾ ਆਪਣੇ ਸੁੱਖ ਵਾਸਤੇ ਪ੍ਰਾਪਤ ਕਰਨਾ ਹੈ ਤੇ ਕਿਸੇ ਨੂੰ ਦੁੱਖ ਦੇਣਾ ਹੈ, ਉਹ ਪੈਸਾ ਜਿਹੜਾ ਆਪਣੀ ਔਲਾਦ ਨੂੰ ਸੁਖੀ ਰੱਖਣ ਦੇ ਵਾਸਤੇ ਕਿਸੇ ਦੇ ਪਰਿਵਾਰ ਜਾਂ ਜੀਵਨ ਦੀ ਛਲ ਕਪਟ ਕਰਕੇ ਬਰਬਾਦੀ ਕਰ ਦੇਣੀ ਹੈ, ਦੁਖੀ ਦੇਣਾ ਹੈ, ਉਹ ਪੈਸਾ ਗੁਰੂ ਕੇ ਨਜ਼ਰਾਂ ਦੇ ਵਿੱਚ ਪ੍ਰਵਾਨ ਨਹੀਂ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਰਸਨਾ ਦੇ ਦੁਆਰਾ ਕਿਹਾ, ਭਲਿਆ ਚੱਲਦਿਆਂ ਨਾਲ ਨਾ ਚੱਲੇ ਸੋ ਕਿਉ ਸੰਜੀਐ। ਇਹ ਪੈਸਾ ਤੇਰੇ ਨਾਲ ਨਹੀਂ ਜਾਣਾ, ਜਿਹੜਾ ਤੂੰ ਛਲ ਕਪਟ ਇਸ ਸੰਸਾਰ ਦੇ ਵਿੱਚ ਕਰਕੇ ਇਕੱਠਾ ਕਰ ਰਿਹਾ ਹੈ ਨਾ, ਸਗੋਂ ਇਹ ਤੈਨੂੰ ਦੁੱਖ ਦੇਵੇਗਾ। ਭਗਤ ਕਬੀਰ ਜੀ ਕਹਿਣ ਲੱਗੇ, ਨਹੀਂ ਤੇ ਪਰਤਾ ਕੇ ਦੇਖ ਲੈ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀਉ ਪਹਿ ਲੀਜੈ, ਛਿਨ ਛਿਨ ਤਨ ਸੀਜੈ, ਜਰਾ ਜਨਾਵੈ, ਤਬ ਤੇਰੀ ਓਕ ਕੋ ਪਾਣੀਓ ਨਾ ਪਾਵੇ। ਸਰੀਰ ਦੇ ਵਿੱਚ ਭਰ ਜਵਾਨੀ ਸੀ, ਬੜੇ ਛਲ ਕਪਟ ਕੀਤੇ, ਭਗਤ ਕਬੀਰ ਜੀ ਕਹਿੰਦੇ ਧਨ ਬੜਾ ਇਕੱਤਰ ਕਰ ਲਿਆ। ਹੁਣ ਜੈਸਾ ਧੀਆਂ ਪੁੱਤਰਾਂ ਨੂੰ ਧਨ ਦਾ ਅੰਨ ਖਵਾਇਆ, ਉਹੋ ਜੀ ਬਿਰਤੀ ਹੋਣੀ ਹੈ ਨਾ। ਛਲ ਕਪਟ ਕਰਕੇ ਖਵਾਇਆ ਹੋਇਆ ਧਨ, ਧੀਆਂ ਪੁੱਤਰ ਕਿੱਥੋਂ ਧਰਮੀ ਹੋ ਜਾਣ। ਹੁਣ ਮੰਜੇ ਤੇ ਪਿਆ ਹੋਇਆ ਭਗਤ ਕਬੀਰ ਜੀ ਕਹਿੰਦੇ, ਆਵਾਜ਼ ਦਿੰਦੇ, ਪੁੱਤਰੋ ਤੁਹਾਡੇ ਵਾਸਤੇ ਮੈਂ ਇੰਨਾ ਛਲ ਕੀਤਾ, ਇੰਨਾ ਕਪਟ ਕੀਤਾ, ਇੰਨੇ ਝੂਠ ਫਰੇਬ ਕੀਤੇ, ਇੰਨੇ ਦੇਖੋ ਤੁਹਾਡੇ ਮਹੱਲ ਛੱਤ ਤੇ ਇੰਨੀ ਜਾਇਦਾਦ ਜ਼ਮੀਨ ਧਨ ਰੋਕੜੀ ਜੋੜ ਦੇਣਾ ਕੀਤੀ, ਹੁਣ ਮੈਨੂੰ ਪਾਣੀ ਤੇ ਪਿਆ ਦਿਓ। ਪਰ ਭਗਤ ਕਬੀਰ ਜੀ ਕਹਿੰਦੇ, ਉਹ ਜਿਹੋ ਜੀ ਬਿਰਤੀ ਉਹਨਾਂ ਦੀ ਬਣ ਗਈ ਨਾ, ਤਬ ਤੇਰੀ ਓਕ, ਉਹ ਕਹਿੰਦੇ ਜੀ ਐਵੇਂ ਬੋਕਣ, ਤੇਰੀ ਬਣਾਈ ਹੋਈ ਓਕ ਮੰਗੇ ਧੀਆਂ ਪੁੱਤਰਾਂ ਦੇ ਕੋਲੋਂ ਪਾਣੀ ਤੇ ਕੋਈ ਪਾਣੀ ਵੀ ਨਹੀਂ ਪਾਵੇਗਾ। ਕਹਿਣ ਲੱਗਾ, ਬਾਪੂ ਤੂੰ ਕੀ ਕਰਕੇ ਆਇਆ ਹੋਇਆ ਇੰਨੀ ਪਿਆਸ ਦਾ ਮਾਰਿਆ। ਇਸ ਵਾਸਤੇ ਜੇ ਤੁਸੀਂ ਆਪਣਾ ਜੀਵਨ ਧਰਮੀ ਰੱਖੋਗੇ, ਧੀਆਂ ਪੁੱਤਰਾਂ ਨੂੰ ਧਰਮ ਸਿਖਾਓਗੇ, ਤੇ ਜਿਹੜੇ ਧਰਮੀ ਧੀਆਂ ਪੁੱਤਰ ਹੋਣਗੇ ਉਹ ਮਾਤਾ ਪਿਤਾ ਦੀ ਸਿੱਖਿਆ, ਮਾਤਾ ਪਿਤਾ ਦੀ ਸੇਵਾ ਦੇ ਵਿੱਚ ਰਹਿਣਗੇ। ਕਿਉਂਕਿ ਧਰਮ ਉਪਦੇਸ਼ ਹੀ ਇਹ ਦਿੰਦਾ ਹੈ, ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨ ਜਾਣੇ ਕਥਾ ਕਹਾਣੀ। ਧਰਮ ਨੇ ਤਾਂ ਉਪਦੇਸ਼ ਹੀ ਇਹ ਦਿੱਤਾ ਹੈ ਕਿ ਮਾਤਾ ਪਿਤਾ ਦੀ ਇਹ ਸੰਸਾਰ ਦੇ ਵਿੱਚ ਸੇਵਾ ਕਰ, ਜਿਉਂਦਿਆਂ ਤੋਂ ਬਾਅਦ ਜਿਹੜੀ ਪੂਜਾ ਕਰਨੀ ਉਹਦਾ ਤੇ ਕੋਈ ਫਾਇਦਾ ਨਹੀਂ, ਉਹ ਚੜਾਵੇ ਚੜਾਈ ਜਾ, ਉਹਦਾ ਤੇ ਕੋਈ ਲਾਭ ਨਹੀਂ ਹੈ। ਪਰ ਜਿਹੜੀ ਜਿਉਂਦਿਆਂ
ਮਾਤਾ ਪਿਤਾ ਦੀ ਸੇਵਾ ਕਰਨੀ ਹੈ ਨਾ, ਉਸ ਦੇ ਨਾਲੋਂ ਵੱਡਾ ਪੁੰਨ ਵੀ ਸੰਸਾਰ ਦੇ ਵਿੱਚ ਕੋਈ ਨਹੀਂ। ਪਰ ਕੰਮ ਗੁਰਸਿੱਖੋ ਉਲਟ ਚੱਲ ਗਿਆ ਸੰਸਾਰ ਦੇ। ਪਰ ਜੀ ਜਿਵੇਂ ਕਹਿੰਦੇ ਨਾ, ਜੀਵਤ ਪਿਤਰ ਨਾ ਮਾਨੇ ਕੋ ਮੋਏ ਸਿਰਾਧ ਕਰਾ। ਜਿਉਂਦਿਆਂ ਨਹੀਂ ਮਾਤਾ ਪਿਤਾ ਦੀ ਸੇਵਾ ਕੀਤੀ, ਪਰ ਜਦੋਂ ਸਰੀਰ ਤਿਆਗ ਗਿਆ ਉਹ ਵਿਚਾਰੇ ਮਾਤਾ ਪਿਤਾ ਉਹ ਤੋਂ ਬਾਅਦ ਸਰਾਧ ਕਰਾਉਣੇ ਵੀ ਸ਼ੁਰੂ ਕਰ ਦਿੱਤੇ। ਲੰਗਰ ਏਡੇ ਏਡੇ ਲਾਉਂਦਾ ਹੈ ਕਿ ਕਿਸੇ ਗੱਲ ਦੀ ਕਮੀ ਨਾ ਹੋ ਜਾਵੇ। ਵੀ ਮਾਤਾ ਪਿਤਾ ਦੇ ਇਕੱਠ ਦੇ ਵਿੱਚ ਉਹਦੇ ਪੁੱਤਰ ਨੇ ਐਵੇਂ ਨਾ ਕੋਈ ਕਵੇ ਵੀ ਕੋਈ ਚੀਜ਼ ਖਾਣ ਵਾਲੀ ਰਹਿਣ ਹੀ ਨਹੀਂ ਦਿੱਤੀ। ਭਲੇ ਉਹ ਨਹੀਂ, ਇਹ ਸਾਡਾ ਧਰਮ ਨਹੀਂ ਸਿਖਾਉਂਦਾ। ਜਿਉਂਦੇ ਮਾਤਾ ਪਿਤਾ ਦੀ ਸੇਵਾ ਕਰਨਾ, ਇਸ ਦੇ ਨਾਲੋਂ ਸੰਸਾਰ ਦੇ ਵਿੱਚ ਵੱਡਾ ਕੋਈ ਪੁੰਨ ਹੀ ਨਹੀਂ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਲਿਆ ਧਰਮੀ ਬਣ, ਧਰਮ ਧੀਆਂ ਪੁੱਤਰਾਂ ਨੂੰ ਸਿਖਾ। ਬਿਨਾਂ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਜਿੰਨਾ ਛਲ-ਵੱਲ ਕਰਕੇ ਧਨ ਪੈਸਾ ਇਕੱਤਰ ਕੀਤਾ ਹੈ ਤੇ ਮਾਲ, ਹਾਥੀ, ਘੋੜੇ ਇਤਿਆਦਿਕ ਸਾਰਾ ਕੁਝ ਹੈ, ਉਹ ਝੂਠਾ ਹੀ ਹੈ, ਉਹ ਨਾਲ ਨਹੀਂ ਜਾਣਾ। ਜਦੋਂ ਤੂੰ ਚਲੇ ਗਿਆ ਉਹਨੇ ਤੇਰੀ ਸਹਾਇਤਾ ਕਿਤੇ ਨਹੀਂ ਕੀਤੀ। ਚੰਗੇ ਕੰਮ ਕਰੇਗਾ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਰੱਬ ਦੀ ਦਰਗਾਹ ਦੇ ਵਿੱਚ ਤੇਰੀਆਂ ਚੰਗਿਆਈਆਂ ਚੰਗੇ ਕਰਮ ਤੇ ਬੁਰਿਆਈਆਂ ਮਾੜੇ ਕਰਮ ਵਾਚੇ ਜਾਣੇ। ਇਹ ਨਹੀਂ ਕਿਸੇ ਨੇ ਤੱਕਣਾ ਕਿ ਇਹਦੇ ਕੋਲ ਧਨ ਦੌਲਤ ਪੈਸਾ ਇੰਨਾ ਹੈ। ਮਹਾਰਾਜ ਸਤਿਗੁਰੂ ਕਹਿੰਦੇ, ਭਲਿਆ ਪਰਮੇਸ਼ਰ ਦੇ ਨਾਮ ਤੋਂ ਬਗੈਰ ਧਨ ਮਾਲ ਰੋਕੜੀ ਸਾਰਾ ਹੀ ਕੁਝ ਝੂਠਾ ਹੈ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਸਤਿਗੁਰੂ। ਰੂਪਵੰਤ ਸੋ ਚਤੁਰ ਸਿਆਣਾ, ਜਿਨ ਜਨ ਮੰਨਿਆ ਪ੍ਰਭ ਕਾ ਭਾਣਾ। ਇਸ ਪਾਵਨ ਪੰਕਤੀ ਦੇ ਜਿਹੜੇ ਅਰਥ ਹਨ ਉਹ 99 ਹਨ। ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦਾ ਭਾਣਾ ਹੈ ਨਾ, ਉਹ ਸੱਤ ਕਰਕੇ ਮੰਨ ਲੈ। ਭਾਣੇ ਦਾ ਅਰਥ ਹੁਕਮ ਵੀ ਹੁੰਦਾ। ਵੈਸੇ ਅਸੀਂ ਮੰਨੀਏ ਨਾ ਮੰਨੀਏ ਤਾਂ ਸਾਡੀ ਮਰਜ਼ੀ ਹੈ ਨਾ, ਪਰ ਪਰਮੇਸ਼ਰ ਦਾ ਭਾਣਾ ਸੱਤ ਹੈ, ਅਟਲ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਆਪਣੀ ਪਵਿੱਤਰ ਰਸਨਾ ਦੇ ਦੁਆਰਾ ਗੁਰੂ ਕੇ ਸਿੱਖ ਨੂੰ ਹੁਕਮ ਕੀਤਾ ਹੈ, ਗੁਰਸਿੱਖਾ ਭਗਤ ਸਤਿਗੁਰ ਪੁਰਖ ਸੋਈ, ਜਿਸ ਹਰਿ ਪ੍ਰਭ ਭਾਣਾ ਪਾਵੇ। ਜਿਹਨੂੰ ਪਰਮੇਸ਼ਰ ਦਾ ਹੁਕਮ ਜੀਵਨ ਦੇ ਵਿੱਚ ਚੰਗਾ ਲੱਗਣ ਲੱਗ ਪਿਆ। ਪਰਮੇਸ਼ਰ ਦਾ ਕੀ ਹੁਕਮ ਹੈ? ਜੇ ਦੁੱਖ ਦੇਹੇ ਤਾਂ ਤੁਝੇ ਅਰਾਧੀ, ਸੁਖ ਵੀ ਤੁਝੇ ਤੇ ਆਈ। ਜੇ ਦੁੱਖ ਆ ਗਿਆ ਜਾਂ ਸੁੱਖ ਆ ਗਿਆ, ਸੁੱਖ ਵੇਲੇ ਰੱਬ ਨਹੀਂ ਭੁੱਲਦਾ ਤੇ ਦੁੱਖ ਵੇਲੇ ਰੱਬ ਨੂੰ ਮਿਹਣੇ ਨਹੀਂ ਮਾਰਦਾ। ਸਗੋਂ ਸਮ ਅਵਸਥਾ ਰਹਿੰਦੀ ਹੈ ਕਿ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਤਾਂ ਦੋ ਕੱਪੜੇ ਜਿਵੇਂ ਮੈਲਾ ਲਾ ਕੇ ਸਵੱਛ ਉਜਲ ਬਸਤਰ ਸਰੀਰ ਤੇ ਧਾਰਨ ਕਰ ਲਈਦਾ ਹੈ, ਇਵੇਂ ਸਰੀਰ ਦੇ ਵੀ ਦੋ ਕੱਪੜੇ ਹਨ, ਇੱਕ ਦੁੱਖ ਹੈ ਤੇ ਇੱਕ ਸੁੱਖ ਹੈ। ਜੇ ਭੁੱਖ ਆ ਗਈ ਤੇ ਉਸ ਵਾਹਿਗੁਰੂ ਪਰਮਾਤਮਾ ਨੂੰ ਮਿਹਨੇ ਤਾਨੇ ਨਹੀਂ ਮਾਰਦਾ। ਹਰ ਵੇਲੇ ਉਸ ਵਾਹਿਗੁਰੂ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ। ਸ਼ੁਕਰਾਨੇ ਦੀ ਸਿੱਖਿਆ ਧਾਰਨ ਕਰਨ ਵਾਲਾ ਹੀ ਜੀਵਨ ਦੇ ਵਿੱਚ ਗੁਰਸਿੱਖੋ ਸਿੱਖ ਹੈ। ਹੁਕਮ ਨੂੰ ਪ੍ਰਭ ਕਾ ਭਾਣਾ ਸਤ ਕਰ ਸਹੋ। ਜਿਹੜਾ ਵਾਹਿਗੁਰੂ ਪਰਮਾਤਮਾ ਦਾ ਹੁਕਮ ਹੈ ਉਹ ਜੀਵਨ ਦੇ ਵਿੱਚ ਸਤ ਕਰਕੇ ਮੰਨ ਲੈਣਾ ਕਿ ਹੋ ਸਕਦਾ ਹੈ ਮੇਰੇ ਭਲੇ ਦੇ ਵਾਸਤੇ ਵੀ ਹੋਵੇ। ਜਿਵੇਂ ਭਾਈ ਭਿਖਾਰੀ ਦੀ ਸਾਖੀ ਆਉਂਦੀ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਇੱਕ ਭਾਈ ਗੁਰਮੁਖ ਨਾਮੇ ਸਿੱਖ ਆਇਆ। ਬੇਨਤੀ ਕਰਨ ਲੱਗਾ, ਜੀ ਮਾਤਾ ਪਿਤਾ ਨੇ ਨਾਮ ਤਾਂ ਗੁਰਮੁਖ ਰੱਖਤਾ ਹੈ, ਪਰ ਗੁਰਮੁਖਾਂ ਦਾ ਜੀਵਨ ਕੈਸਾ ਹੈ? ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਗੁਜਰਾਤ ਦੇ ਵਿੱਚ ਸਾਡਾ ਸਿੱਖ ਨਾਮ ਹੈ ਭਾਈ ਭਿਖਾਰੀ, ਜਾਂ ਉਹਦਾ ਜੀਵਨ ਵੇਖ, ਉਹਦਾ ਗੁਰਸਿੱਖਾਂ ਵਾਲਾ ਗੁਰਮੁਖਾਂ ਵਾਲਾ ਜੀਵਨ। ਭਾਈ ਗੁਰਮੁਖ ਚੱਲ ਕੇ ਗਿਆ। ਘਰ ਦੇ ਵਿੱਚ ਪੁੱਤਰ ਦਾ ਆਨੰਦ ਕਾਰਜ ਹੈ, ਪਰ ਆਪ ਇਹ ਤੱਪੜ ਸੀ ਰਿਹਾ ਹੈ। ਜਿਸ ਵੇਲੇ ਜਾ ਕੇ ਤੱਕਿਆ, ਫਤਿਹ ਗੁਲਾਈ, ਪ੍ਰੇਮ ਸਤਕਾਰ ਦੇ ਨਾਲ ਇੱਕ ਦੂਜੇ ਨੂੰ ਮਿਲੇ। ਭਾਈ ਗੁਰਮੁਖ ਕਹਿਣ ਲੱਗਾ, ਭਲਿਆ ਕੀ ਕਰੀ ਜਾ ਰਿਹਾ? ਤੇਰੇ ਘਰ ਦੇ ਵਿੱਚ ਆਨੰਦ ਕਾਰਜ, ਤੂੰ ਤੱਪੜ ਸਿਉਂ ਰਿਹਾ। ਭਾਈ ਭਿਖਾਰੀ ਜੀ ਸ਼ਾਂਤ ਰਹੇ, ਚੁੱਪ ਰਹੇ। ਦਿਨ ਬਤੀਤ ਹੋਇਆ, ਆਨੰਦ ਕਾਰਜ ਹੋਇਆ। ਆਨੰਦ ਕਾਰਜ ਵਾਲੀ ਰਾਤ ਜਿਹੜਾ ਭਾਈ ਭਿਖਾਰੀ ਦਾ ਸੁਪੁੱਤਰ ਚੜ੍ਹਾਈ ਕਰ ਗਿਆ। ਦੌੜਿਆ ਗਿਆ। ਭਾਈ ਗੁਰਮੁਖ ਕਹਿਣ ਲੱਗੇ, ਉਹ ਭਾਈ ਭਿਖਾਰੀ ਤੇਰਾ ਪੁੱਤਰ ਚੜ੍ਹਾਈ ਕਰ ਗਿਆ, ਤੈਨੂੰ ਪਤਾ? ਭਾਈ ਭਿਖਾਰੀ ਕਹਿੰਦਾ, ਪਤਾ ਸੀ, ਤਾਂ ਹੀ ਤਾਂ ਤੱਪੜ ਸੀ ਰਿਹਾ ਸੀ। ਆ ਲੈ ਤੱਪੜ ਵਿਛਾ, ਬਈਏ ਆਪਾਂ ਜਿਹੜੇ ਦੁੱਖ ਕਰਨ ਦੇ ਵਾਸਤੇ ਆਉਣਗੇ ਉਸ ਦੇ ਨਾਲ ਮਿਲ ਬੈਠ ਕੇ ਦੁੱਖ ਸਾਂਝਾ ਕਰਾਂਗੇ। ਤੇ ਜਿਸ ਵੇਲੇ ਤੱਪੜ ਵਿਛਾਉਣ ਗਿਆ, ਭਾਈ ਗੁਰਮੁਖ ਵਾਪਸ ਨਹੀਂ ਆਇਆ। ਗੁਰੂ ਅਰਜਨ ਦੇਵ ਸਾਹਿਬ ਜੀ ਵਾਲੇ ਪਾਸੇ ਨੂੰ ਚਲੇ ਗਿਆ। ਮਹਾਰਾਜ ਮੁਸਕਰਾਉਂਦੇ ਹੋਏ ਕਹਿਣ ਲੱਗੇ, ਭਾਈ ਗੁਰਮੁਖਾ, ਗੁਰਸਿੱਖਾਂ ਵਾਲਾ ਜੀਵਨ ਵੇਖ ਲਿਆ, ਗੁਰਮੁਖਾਂ ਵਾਲਾ ਜੀਵਨ ਵੇਖ ਲਿਆ। ਹੱਥ ਜੋੜੇ ਗੁਰੂ ਅਰਜਨ ਦੇਵ ਸਾਹਿਬ ਜੀ, ਜੇ ਤੁਸੀਂ ਕਿਰਪਾ ਕਰੋ
ਤਾਂ ਇਹਨਾਂ ਤੁਹਾਡਾ ਹੁਕਮ ਸੱਥ ਕਰਨ ਕੇ ਮੰਨਣ ਦੀ ਸਮਰੱਥਾ ਹੋ ਸਕਦੀ ਹੈ। ਨਹੀਂ ਤਾਂ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਸੀ ਨਾ, ਜੇ ਗੁਰ ਸਾਂਗ ਵਤਾਏ ਦਾ ਸਿੱਖ ਸਿਦਕ ਨਾ ਹਾਰੇ। ਪਰ ਜਦੋਂ ਘੋੜੇ ਖਰੀਦਣ ਦੇ ਵਾਸਤੇ ਗਏ ਤੇ ਜਿਸ ਵੇਲੇ ਉਹ ਮੋਹਰਾਂ ਸਨ ਉਹ ਰੋਕੜੀਆਂ ਬਣ ਗਈਆਂ, ਪਿਛਲੇ ਥਾਣੀ ਤੰਬੂ ਦੇ ਭੱਜ ਕੇ ਆ ਗਏ। ਲੰਮੇ ਅਰਸੇ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੀਰ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਏ। ਮਹਾਰਾਜ ਮੁਸਕਰਾਉਂਦੇ ਹੋਏ ਜਿਸ ਵੇਲੇ ਭਾਈ ਗੁਰਦਾਸ ਜੀ ਨੇ ਨਮਸਕਾਰ ਕੀਤੀ ਤੇ ਭਾਈ ਗੁਰਦਾਸ ਜੀ ਨੇ ਕਿਹਾ, ਜੇ ਗੁਰ ਸਾਂਗ ਵਤਾਏ ਦਾ ਸਿੱਖ ਕਿਆ ਵਿਚਾਰਾ। ਸਿੱਖ ਜੇ ਗੁਰੂ ਕੌਤਕ ਵਰਤਾ ਦੇਵੇ, ਸਿੱਖ ਕੀ ਹੈ ਵਿਚਾਰਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨਨੇ ਪਰਮੇਸ਼ਰ ਦਾ ਭਾਣਾ ਸੱਤ ਕਰਕੇ ਮੰਨ ਲਿਆ ਉਹ ਰੂਪਵੰਤ ਹੈ। ਰੂਪਵੰਤ ਦਾ ਅਰਥ ਸੋਹਣਾ ਨਹੀਂ, ਉਹੋ ਹੀ ਦਿਲ ਦਾ ਸਾਫ਼ ਹੈ। ਬਾਰੇ ਤੇ ਰੂਪਵੰਤ ਨੂੰ ਕਿਹਾ, ਰੂਪਵੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ। ਉਹੋ ਹੀ ਰੂਪਵੰਤ ਹੈ, ਦਿਲ ਦਾ ਸਾਫ਼ ਹੈ। ਸੋ ਚਤੁਰ, ਉਹੋ ਹੀ ਚਤੁਰ ਹੈ ਵਿਹਾਰਾਂ ਕਰਕੇ, ਤੇ ਧਾਰਮਿਕ ਵਿਦਿਆ ਕਰਕੇ ਉਹੋ ਹੀ ਸਿਆਣਾ ਹੈ। ਜਗ ਮਹਿ ਆਇਆ ਸੋ ਪਰਵਾਣ, ਘਾਟ ਘਾਟ ਆਪਣਾ ਸੁਆਮੀ ਜਾਣ। ਇਸ ਸੰਸਾਰ ਦੇ ਵਿੱਚ ਆਇਆ ਹੋਇਆ ਉਹ ਸਰੀਰ ਪ੍ਰਵਾਨ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਜਿਸ ਨੇ ਹਰੇਕ ਘਟ ਦੇ ਵਿੱਚ, ਘਟ ਦਾ ਅਰਥ ਹਿਰਦਾ ਵੀ ਹੁੰਦਾ ਹੈ, ਹਰੇਕ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਨੂੰ ਜਾਣ ਲਿਆ। ਜਿਹੜਾ ਜਾਣ ਲਵੇਗਾ ਨਾ ਗੁਰਸਿੱਖੋ, ਉਹ ਛਲ ਫਰੇਬ ਕਪਟ ਫਿਰ ਕਦੀ ਨਹੀਂ ਕਰੇਗਾ। ਮਹਾਰਾਜ ਕਹਿੰਦੇ ਉਹੋ ਹੀ ਪ੍ਰਵਾਨ ਹੈ ਇਸ ਸੰਸਾਰ ਦੇ ਵਿੱਚ। ਕਹੋ ਨਾਨਕ ਜਾ ਕੇ ਪੂਰਨ ਭਾਗ, ਹਰ ਚਰਣੀ ਤਾ ਕਾ ਮਨ ਲਾਗ। ਪਾਵਨ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਭਾਈ ਜਿਸ ਦੇ ਪੂਰਨ ਭਾਗ ਹਨ, ਚੰਗੇ ਕਰਮ ਹਨ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਹਰ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਗ। ਜਿਹਨੇ ਚੰਗੇ ਪੂਰਬਲੇ ਉਤਕ੍ਰਿਸ਼ਟ ਕਰਮ ਹਨ, ਉਹਨਾਂ ਦਾ ਜਿਹੜਾ ਮਨ ਹੈ ਨਾ, ਉਹ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ। ਉਹ ਫਿਰ ਸਵਾਸ ਹਰ ਵੇਲੇ ਉੱਠਦਿਆਂ ਬਹਿੰਦਿਆਂ ਸੁੱਤਿਆਂ ਉਸ ਵਾਹਿਗੁਰੂ ਪਰਮਾਤਮਾ ਨੂੰ ਜੀਵਨ ਚੋਂ ਵਿਸਾਰਦੇ ਨਹੀਂ, ਗੁਰੂ ਉਪਦੇਸ਼ ਜੀਵਨ ਦੇ ਵਿੱਚੋਂ ਭੁਲਾਉਂਦੇ ਨਹੀਂ, ਜਿਸ ਦੇ ਨਾਲ ਉਹਨਾਂ ਦੇ ਜੀਵਨ ਦਾ ਭਰਾ ਹੋ ਜਾਂਦਾ ਹੈ। ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ। ਇਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ੀ। ਸਤਿਗੁਰੂ ਕਿਰਪਾ ਕਰਨ ਗੁਰੂ ਉਪਦੇਸ਼ ਸਾਡੇ ਸਾਰੇ ਗੁਰੂ ਕੇ ਸਿੱਖਾਂ ਦੇ ਜੀਵਨ ਦਾ ਆਧਾਰ ਬਣੇ, ਜਿਸ ਦੇ ਨਾਲ ਜੀਵਨ ਦਾ ਭਲਾ ਹੋ ਜਾਵੇ। ਇੱਥੇ ਹੀ ਕਥਾ ਨੂੰ ਵਿਸ਼ਰਾਮ ਹੈ ਜੀ। ਗੁਰਬਾਣੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫੀ, ਅੱਗੇ ਤੋਂ ਸੁਮਤ ਬਖਸ਼ਣੀ। ਕੋਟਾਨ ਕੋਟ ਸ਼ੁਕਰ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਸ ਦੀ ਕਿਰਪਾ ਦੇ ਨਾਲ ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਆਪ ਸਰਬੱਤ ਸੰਗਤਾਂ ਦਾ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਗੁਰਬਾਣੀ ਵਿਚਾਰ ਸਰਵਣ ਕੀਤੀ ਹੈ। ਸਮੂਹ ਸਟਾਫ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਕਾਰਯੋਗ ਸਿੰਘ ਸਾਹਿਬਾਨ ਜੀ ਦਾ, ਜਿਨ੍ਹਾਂ ਨੇ ਹੁਕਮ ਲਾ ਕੇ ਸਿੱਖ ਸੰਗਤ ਦੇ ਦਰਸ਼ਨ ਕਰਾਏ ਹਨ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹੋ ਨਾਨਕ ਜਾ ਕੇ ਪੂਰਨ ਭਾਗ, ਹਰ ਚਰਣੀ ਤਾ ਕਾ ਮਨ ਲਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ।